नमस्कार दोस्तों। ਅੱਜ ਆਪਾਂ ਕਰ ਰਹੇ ਹਾਂ CBSE ਇਕਨੋਮਿਕਸ ਚੈਪਟਰ 7 6 ਚੈਪਟਰ ਤੋਂ ਪੜ੍ਹ ਲਏ। ਆਪਾਂ ਮੈਕਰੋ ਇਕਨੋਮਿਕਸ ਦੀ ਗੱਲ ਕਰ ਰਹੇ ਹਾਂ ਤਾਂ ਮੈਕਰੋ ਇਕਨੋਮਿਕਸ ਦੇ ਵਿੱਚ ਚੈਪਟਰ ਆਪਣੇ ਕੋਲ ਐਗਰੀਗੇਟ ਡਿਮਾਂਡ, ਐਗਰੀਗੇਟ ਸਪਲਾਈ ਐਂਡ ਰਿਲੇਟਡ ਕਨਸੈਪਟਸ। ਤਾਂ ਬੱਚੇ वर्ड यूज़ हो रही है एग्रीगेट एग्रीगेट एग्रीगेट। व्हाट इज़ द मीनिंग ऑफ एग्रीगेट? समग्र, ਆਲ ਓਵਰ, ਐਂਟਾਇਰਸ, ਸਭ ਕੁਛ। ਤਾਂ ਜਦੋਂ ਐਗਰੀਗੇਟ ਡਿਮਾਂਡ ਦੀ ਗੱਲ ਕਰਦੇ ਹਾਂ ਤਾਂ ਅਸੀਂ ਇੱਕ ਬੰਦੇ ਦੀ ਡਿਮਾਂਡ ਦੀ ਗੱਲ ਨਹੀਂ ਕਰਦੇ, ਇੱਕ ਇਨਸਾਨ ਕੀ ਮੰਗ ਕਰਦਾ ਜਾਂ ਪੰਜਾਬ ਦੀ ਮੰਗ ਦੀ ਗੱਲ ਨਹੀਂ ਕਰਦੇ, ਅਸੀਂ ਮਲੇਰਕੋਟਲੇ ਦੀ ਡਿਮਾਂਡ ਦੀ। ਔਰ ਇਹ ਉਹ ਡਿਮਾਂਡ ਵੀ ਨਹੀਂ ਹੈਗੀ ਜੋ ਲੋਕ ਸਰਕਾਰਾਂ ਤੋਂ ਕਰਦੇ ਨੇ ਕਿ ਵਿਰੋਧ ਕਰਤਾ ਉਸ ਚੀਜ਼ ਦੀ ਡਿਮਾਂਡ। ਜਿੰਨੇ ਵੀ ਲੋਕ ਇੰਡੀਆ 'ਚ ਰਹਿੰਦੇ ਨੇ 135 140 ਕਰੋੜ, ਉਹ ਲੋਕਾਂ ਦੁਆਰਾ ਹਰ ਇੱਕ ਚੀਜ਼ ਦੀ ਜੋ ਮੰਗ ਕੀਤੀ ਜਾਂਦੀ ਹੈ ਉਸ ਦਾ ਟੋਟਲ ਅਸਾਂ ਰੀਅਲ ਲਾਈਫ 'ਚ ਵੈਸੇ ਵੀ ਕਰ ਨਹੀਂ ਸਕਦੇ, ਬਟ ਇੱਕ ਫੀਲਿੰਗ ਉਹੀ ਵਾਲੀ ਲੈਣੀ ਆ ਕਿ 135 40 ਕਰੋੜ ਜਿਹੜੇ ਲੋਕ ਰਹਿ ਰਹੇ ਨੇ, ਮੈਂ ਉਹਨਾਂ ਨੂੰ ਕਦੋਂ ਗਿਣੇਗਾ, ਕਦੋਂ ਉਹ ਕਿਹੜੀ ਕਿਹੜੀ ਚੀਜ਼ ਦੀ ਡਿਮਾਂਡ ਕਰਦੇ ਆ। ਰੀਅਲ ਲਾਈਫ 'ਚ ਇਹ ਪੋਸੀਬਲ ਵੀ ਹੈ ਨਹੀਂ, ਲੇਕਿਨ ਫੀਲਿੰਗ ਇਸ ਤਰ੍ਹਾਂ ਦੀ ਹੈ ਆਪਣੇ ਕੋਲ। ਓਕੇ ਸਰ, ਫਿਰ ਕਿਸ ਤਰ੍ਹਾਂ ਐਗਰੀਗੇਟ ਡਿਮਾਂਡ ਦੀ ਕੈਲਕੂਲੇਸ਼ਨ? ਬੱਚੇ ਇੱਕ ਸਾਲ ਦੇ ਵਿੱਚ ਇੱਕ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਰਹਿ ਰਹੇ ਨੇ ਉਹਨਾਂ ਨੇ ਜਿੰਨੇ ਰੁਪਏ ਕਮਾਏ, ਉਹਦੇ ਵਿੱਚੋਂ ਕਮਾਈ ਦੇ ਵਿੱਚੋਂ ਜਿੰਨੇ ਰੁਪਏ ਉਹਨਾਂ ਲੋਕਾਂ ਨੇ ਖਰਚ ਕਰਤੇ ਚੀਜ਼ਾਂ ਨੂੰ ਖਰੀਦਣ ਲਈ, ਸਰਵਿਸਿਜ਼ ਨੂੰ ਖਰੀਦਣ ਲਈ, ਉਹ ਖਰਚੇ ਦਾ ਟੋਟਲ ਕਰ ਲੂੰਗਾ ਔਰ ਮੈਨੂੰ AD ਪਤਾ ਚੱਲ ਜਾਊਗਾ। ਓਕੇ ਸਰ, ਐਗਰੀਗੇਟ ਡਿਮਾਂਡ ਦਾ ਪਤਾ ਚੱਲ ਜਾਊਗਾ ਕਿਉਂਕਿ ਜਿਹੜੇ ਪੈਸੇ ਹਾਲੇ ਖਰਚੇ ਹੀ ਨਹੀਂ, ਉਹ ਤਾਂ ਫਿਰ ਡਿਮਾਂਡ ਬਣਿਆ ਹੀ ਨਹੀਂ। ਇਨਵੈਸਟਮੈਂਟ ਜੋ ਕਰੀ ਆ ਉਹ ਵੀ ਖਰਚਾ ਹੈ ਔਰ ਉਹ ਵੀ ਐਗਰੀਗੇਟ ਡਿਮਾਂਡ ਦਾ ਪਾਰਟ ਹੈ। ਤੁਸੀਂ ਜ਼ਮੀਨ ਖਰੀਦ ਲਈ, ਟਰੈਕਟਰ ਖਰੀਦ ਲਿਆ, ਇਨਵੈਸਟਮੈਂਟ ਹੈ, ਤੁਹਾਡੀ ਬਿਜ਼ਨਸ ਦੇ ਵਿੱਚ ਹਿੱਸਾ ਪਾ ਲਿਆ, ਸ਼ੇਅਰ ਖਰੀਦ ਲਏ, ਗੋਲਡ ਖਰੀਦ ਲਿਆ। ਤਾਂ ਐਗਰੀਗੇਟ ਡਿਮਾਂਡ ਮੀਨਸ ਇੱਕ ਸਾਲ ਦੇ ਵਿੱਚ ਇੱਕ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੁਆਰਾ ਕੀਤੀ ਗਈ ਕੁੱਲ ਵਸਤੂਆਂ ਅਤੇ ਸੇਵਾਵਾਂ ਦੀ ਮੰਗ, ਨਾ ਕਿ ਕਿਸੇ ਇੱਕ ਬੰਦੇ ਦੀ ਮੰਗ, ਨਾ ਕਿਸੇ ਇੱਕ ਸ਼ਹਿਰ ਦੀ ਮੰਗ। ਨਹੀਂ, ਮੈਂ ਉਹ ਗੱਲ ਤਾਂ ਕਰ ਹੀ ਨਹੀਂ ਰਿਹਾ। ਚਲੋ ਆਪਾਂ ਕੀ ਕਰਦੇ ਹਾਂ, ਐਗਰੀਗੇਟ ਡਿਮਾਂਡ ਨੂੰ ਹੋਰ ਅੰਡਰਸਟੈਂਡ ਕਰਦੇ ਹਾਂ ਲਾਈਨ ਵਾਈਜ਼ ਲਾਈਨ। ਹਾਲਾਂਕਿ ਜੋ ਮੈਂ ਬੋਲਿਆ ਉਹਦੇ ਵਿੱਚ ਕਾਫੀ ਚੀਜ਼ਾਂ ਕਵਰ ਹੋ ਗਈਆਂ। ਐਗਰੀਗੇਟ ਡਿਮਾਂਡ ਦਾ ਮਤਲਬ ਕਿਸੇ ਇੱਕ ਚੀਜ਼ ਦੀ ਮੰਗ ਤੋਂ ਨਹੀਂ ਹੈਗਾ। ਐਗਰੀਗੇਟ ਡਿਮਾਂਡ ਦਾ ਮਤਲਬ ਹੈ ਕੁੱਲ ਮੰਗ, ਬਾਜ਼ਾਰ ਦੇ ਵਿੱਚ, ਇਕੋਨਮੀ 'ਚ, ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਰਹਿ ਰਹੇ ਨੇ ਉਹਨਾਂ ਦੀ ਜੋ ਮੰਗ। ਔਰ ਇਹ ਆਮ ਤੌਰ 'ਤੇ ਇੱਕ ਸਾਲ ਦਾ ਕੰਸੈਪਟ ਹੁੰਦਾ ਔਰ ਇੱਕ ਫਲੋ ਦਾ ਕੰਸੈਪਟ ਹੈ। ਔਰ ਜੋ ਵੀ ਚੀਜ਼ ਮੂਵਿੰਗ ਹੈ ਟਾਈਮ ਨਾਲ ਰਿਲੇਟਡ, ਦੈਟ ਇਜ਼ ਅ ਫਲੋ। ਆਪਾਂ ਪਿੱਛੇ ਸਟਾਕ ਐਂਡ ਫਲੋ ਕਰ ਚੁੱਕੇ। ਤਾਂ ਐਗਰੀਗੇਟ ਡਿਮਾਂਡ ਇੱਕ ਅਕਾਊਂਟਿੰਗ ਈਅਰ ਵਾਸਤੇ ਹੁੰਦਾ। ਐਗਰੀਗੇਟ ਡਿਮਾਂਡ ਅਸੀਂ ਦੋ ਤਰੀਕੇ ਨਾਲ ਮਾਪ ਸਕਦੇ ਹਾਂ। ਤੁਸੀਂ ਵੱਧ ਰੇਟ 'ਤੇ ਘੱਟ ਡਿਮਾਂਡ ਕਰਦੇ ਹੋ ਔਰ ਘੱਟ ਰੇਟ 'ਤੇ ਤੁਸੀਂ ਵੱਧ ਡਿਮਾਂਡ ਕਰਦੇ ਹੋ। ਮਤਲਬ ਤੁਸੀਂ ਐਗਰੀਗੇਟ ਡਿਮਾਂਡ ਨੂੰ ਪ੍ਰਾਈਸ ਨਾਲ ਰਿਲੇਟ ਕਰਕੇ ਦੇਖ ਸਕਦੇ ਹੋ। ਲੇਕਿਨ ਬੱਚੇ ਆਪਣੇ +2 ਦੇ CBSE ਦੇ ਸਿਲੇਬਸ ਦੇ ਵਿੱਚ ਅਸੀਂ ਐਗਰੀਗੇਟ ਡਿਮਾਂਡ ਨੂੰ ਇਨਕਮ ਦੇ ਨਾਲ ਰਿਲੇਟ ਕਰਕੇ ਦੇਖਣਾ, ਨਾ ਕਿ ਜਨਰਲ ਪ੍ਰਾਈਸ ਲੈਵਲ ਦੇ। ਪ੍ਰਾਈਸ ਲੈਵਲ ਨਾਲ ਰਿਲੇਸ਼ਨ ਹੁੰਦਾ ਹੈ। ਪ੍ਰਾਈਸ ਲੈਵਲ ਨਾਲ ਰਿਲੇਸ਼ਨ ਜੇ ਅਸੀਂ ਰੱਖਾਂਗੇ ਤਾਂ ਐਗਰੀਗੇਟ ਡਿਮਾਂਡ ਦੀ ਜੋ ਕਰਵ ਹੈ, ਲਾਈਨ ਹੈ, ਜੋ ਵਕਰ ਹੈ ਹਿੰਦੀ ਦੇ ਵਿੱਚ, ਉਹ ਨੈਗੇਟਿਵ ਹੋਏਗਾ। ਜਦ ਕਿ ਇਨਕਮ ਦੇ ਨਾਲ ਰਿਲੇਟ ਕਰਕੇ ਜੇ ਅਸੀਂ ਐਗਰੀਗੇਟ ਡਿਮਾਂਡ ਨੂੰ ਦੇਖਾਂਗੇ ਤਾਂ ਪੋਜ਼ੀਟਿਵ ਰਿਲੇਸ਼ਨ ਹੋਏਗਾ। ਨੈਚੁਰਲੀ ਸਿੰਪਲ ਜੀ ਗੱਲ ਹੈ ਵੀ ਜੋ ਲੋਕ, ਚਲੋ ਜਿਸ ਕੰਟਰੀ ਦੀ ਹਾਲੇ ਆਪਾਂ ਨਹੀਂ ਗੱਲ ਕਰਦੇ ਪਰ ਛੋਟੀ ਲੈਵਲ ਦੀ ਗੱਲ ਕਰਦੇ ਹਾਂ, ਜਿਹੜੀ ਫੈਮਿਲੀ ਹੈ, ਜਿਹੜੇ ਲੋਕਾਂ ਦੀ ਇਨਕਮ ਜ਼ਿਆਦਾ ਹੋਏਗੀ ਉਹਨਾਂ ਦੀ ਡਿਮਾਂਡ ਵੀ ਜ਼ਿਆਦਾ ਹੋਏਗੀ। ਫਿਰ ਚਾਹੇ ਉਹ ਖਾਣ ਪੀਣ ਵਾਲੀ ਚੀਜ਼ ਹੈ ਜਾਂ ਕੱਪੜੇ ਦੀ ਚੀਜ਼ ਹੈ ਜਾਂ ਜੁੱਤਿਆਂ ਦੀ ਚੀਜ਼ ਹੈ, ਕੋਈ ਵੀ ਚੀਜ਼ ਦੀ ਉਹ ਡਿਮਾਂਡ ਜ਼ਿਆਦਾ ਹੀ ਕਰਨਗੇ। ਔਰ ਜਿਸ ਏਰੀਆ 'ਚ ਜਾਂ ਜਿਸ ਫੈਮਿਲੀ 'ਚ ਜਾਂ ਜਿਸ ਲੋਕਾਂ ਦੀ ਤੁਹਾਡੇ ਵਾਲੇ ਡਿਮਾਂਡ ਘੱਟ ਹੋਏਗੀ, ਉਹਨਾਂ ਦੀ ਜਿਨ੍ਹਾਂ ਦੀ ਇਨਕਮ ਘੱਟ ਹੋਏਗੀ, ਤਾਂ ਇਨਕਮ ਜ਼ਿਆਦਾ ਹੈ, ਡਿਮਾਂਡ ਜ਼ਿਆਦਾ ਹੈ, ਤਾਂ ਪੋਜ਼ੀਟਿਵ ਰਿਲੇਸ਼ਨ ਆ ਗਿਆ ਇਹਨਾਂ ਦਾ। ਔਰ ਇਹੀ ਆਪਾਂ ਨੇ ਬੱਚੇ ਐਗਰੀਗੇਟ ਡਿਮਾਂਡ ਨੂੰ ਅਸੀਂ ਇਹੀ ਰਿਲੇਸ਼ਨ ਦੇ ਵਿੱਚ ਪੜ੍ਹਨਾ ਹੈ। ਔਰ ਇਸ ਚੀਜ਼ ਦਾ ਕਰਵ ਜੋ ਬਣੇਗਾ ਉਹ ਅਪਵਰਡ ਸਲੋਪ ਹੋਏਗਾ। ਉਹਦਾ ਸਲੋਪ ਮੀਨਸ ਢਲਾਨ ਹੁੰਦੀ ਹੈ, ਰੁੜਾਨ ਹੁੰਦੀ ਹੈ ਸਲੋਪ ਮੀਨਸ, ਠੀਕ ਹੈ। ਔਰ ਕੁਛ ਚੀਜ਼ ਨਾ ਪਤਾ ਚੱਲੇ ਦੱਸਣਾ, ਠੀਕ ਹੈ। ਕੁਐਸਚਨ ਲਿਖ ਲੈਣੇ ਨੇ ਕਾਪੀ 'ਤੇ। ਤਾਂ ਐਗਰੀਗੇਟ ਡਿਮਾਂਡ ਵੱਧ ਜਾਂਦੀ ਹੈ ਜਦੋਂ ਲੋਕਾਂ ਦੀ ਇਨਕਮ ਵੱਧਦੀ ਹੈ। ਤਾਂ ਐਗਰੀਗੇਟ ਡਿਮਾਂਡ ਦੇ ਵਿੱਚ ਅਸੀਂ ਫਿਜ਼ੀਕਲ ਕੁਆਂਟੀਟੀਜ਼ ਨਹੀਂ ਕਾਊਂਟ ਕਰਦੇ। ਰੀਅਲ ਲਾਈਫ 'ਚ 135 40 ਕਰੋੜ ਲੋਕਾਂ ਦੀ ਮੈਂ ਫਿਜ਼ੀਕਲ ਕੁਆਂਟੀਟੀ ਕਿਵੇਂ ਮੈਜ਼ਰ ਕਰ ਲੂੰਗਾ? ਇੰਪੋਸੀਬਲ। ਤਾਂ ਐਕਚੁਅਲੀ ਅਸੀਂ ਇੱਕ ਸਾਲ ਦੇ ਵਿੱਚ ਇੱਕ ਦੇਸ਼ 'ਚ ਜਿੰਨੇ ਵੀ ਲੋਕ ਨੇ ਉਹਨਾਂ ਨੇ ਕਿੰਨਾ ਖਰਚਾ ਕੀਤਾ, ਨੈਸ਼ਨਲ ਇਨਕਮ ਨਾਲ ਵੀ ਮੈਜ਼ਰ ਹੋ ਜਾਂਦਾ। ਬਸ ਉਹਨਾਂ ਦੇ ਟੋਟਲ ਐਕਸਪੈਂਡੀਚਰ ਨੂੰ ਅਸੀਂ ਮਾਪ ਸਕਦੇ ਹਾਂ, ਨਾਪ ਸਕਦੇ ਹਾਂ, ਉਹ ਤਾਂ ਉਸ ਤੋਂ ਪਤਾ ਚੱਲਦਾ ਹੈ। ਜਾਂ ਤੁਸੀਂ ਐਂ ਸਮਝ ਲਓ ਵੀ ਐਗਰੀਗੇਟ ਡਿਮਾਂਡ ਨੂੰ ਅਸੀਂ ਐਂ ਕਹਿ ਸਕਦੇ ਹਾਂ
ਕਿ ਇਹ ਇੱਕ ਇਮੈਜੀਨੇਸ਼ਨ ਵਰਗੀ ਸਿਚੁਏਸ਼ਨ ਹੈ ਕਿ ਕਿਹੜੇ ਲੋਕ ਜਾਂ ਕਿੱਥੇ ਦੇ ਲੋਕ ਆਪਣੀ ਕਿੰਨੀ ਇਨਕਮ ਤੇ ਕਿੰਨੀ ਡਿਮਾਂਡ ਕਰਨਗੇ, ਕਿੰਨੀ ਇਨਕਮ ਤੇ ਕਿੰਨੀ ਡਿਮਾਂਡ ਕਰਨਗੇ। ਸਰ ਇਹ ਤਾਂ ਫਿਰ ਇੱਕ ਇਮੈਜੀਨੇਸ਼ਨ ਹੋ ਗਈ ਸਰ। ਇਹ ਤਾਂ ਉਹ ਇਹ ਬੱਚੇ ਇੱਦਾਂ ਦੀ ਗੱਲ ਹੋ ਗਈ ਕਿ ਫੋਰ ਐਗਜ਼ਾਮਪਲ ਮੈਂ ਮਾਰਕੀਟ 'ਚ ਬਨਾਨਾਸ ਪਰਚੇਸ ਕਰਨ ਗਿਆ ਸਰ, ਬਿਲਕੁਲ ਜਦ ਬਨਾਨਾਸ ਵਾਲੇ ਵੈਂਡਰ ਦੇ ਕੋਲ जब मैं गया तो उन्होंने पूछा कि भैया केले वगैरह जो हैं उनको क्या रेट पे आप बेच रहे हो, तो उसने बोला कि 50 रुपये दर्जन। तो मैं अपने आप पे मन में सोच रहा हूँ या उसको मान लो कि बता रहा हूँ कि अगर यार तू 50 दे दर्जन देगा, 50 रुपये दे दर्जन, तब देख मैं 2 दर्जन ही लवांगा। फिर मैं उन्होंने कहा कि देख भरावा जे तू 40 रुपये दर्जन लगाएगा तो मैं 4 दर्जन ले लाँगा। एक इनकम ये प्राइस नाल रिलेशन हो गया भी, रेट जे घटाएगा तो मैं ज़्यादा परचेस कर लूँगा, एक प्राइस नाल रिलेशन हो गया। लेकिन ਆਪਾਂ एग्रीगेट डिमांड ਨੂੰ प्राइस ਦੇ रिलेशन 'ਚ नहीं स्टडी करना, ਅਸੀਂ इनकम ਦੇ रिलेशन 'ਚ स्टडी करना है। फॉर एग्जाम्पल मैं 50 रुपये दर्जन 2 दर्जन केले खरीद सकते हैं क्योंकि मेरी इनकम 10,000 रुपये पर मंथ है। बट बच्चे रब ने जे मेरी इनकम डबल करती तो शायद मैं 4 दर्जन केले खरीदना हूँ। तो चलो फॉर एग्जाम्पल आप मन के चलते हैं कि हूँ मेरी इनकम 10,000 होर वध गई, अज मेरी इनकम 30,000 है, तो अज मैं केलियां के रेट मान लो उत्थे ने, तो अज मैं किन्ने दर्जन केले खरीदूंगा। तो शायद अज मैं सर पहली बार तुसी 2 दर्जन खरीदे सीगे, फिर तुसी खरीदे 4 दर्जन। बच्चे हुण केलियां तो मन भी भर गया, हुण मैं होर चीज़ां ते शिफ्ट होने लग गया, मे बी एप्पल ते या ड्राई फ्रूट ते। तो बच्चे हुण मैं शायद इनकम वधे ते 5 दर्जन बनाना परचेस करा। ओके सर, थोड़ी इनकम तो वध गई लेकिन तुमने चीज़ की डिमांड उस रेशो च नहीं वधाई। यार ਜਦੋਂ बच्चे एक बंदे की इनकम वधदी जाती है तो उस बंदे की डिमांड भी वधदी जाती है, लेकिन जिस रेशो च उस बंदे की इनकम वधदी है उस रेशो च उस बंदे की डिमांड नहीं इनक्रीज होंदी। ये चीज़ तुसीं सीख लेनी है। फॉर एग्जाम्पल मेरी 40,000 तनख्वाह होगी सर, हम तुसीं केले ही ਵਧਾਈ जाओगे? बिल्कुल बच्चे बिल्कुल। हुण मैं क्वालिटी इनक्रीज कर सकदा है। अज मैं 40,000 कमाना, मैनू 4-5 दर्जन केलियां की जरूरत नहीं हैगी, मैनू 2 दर्जन केलियां की जरूरत है। हुण मैं अच्छे वाले केले खरीदूंगा अच्छी शॉप तो, मे बी ठीक है 80 रुपये दर्जन वाले, 100 रुपये दर्जन वाले। या फॉर एग्जाम्पल रब ने मेरी तनख्वाह 1 लाख रुपया महीना करती, हूँ ऐ थोड़ी मैं 10 दर्जन केले रोज़ दे या महीने दे या जो भी है, मैं डिमांड इनक्रीज़ करूँगा, लेकिन मेरी इनकम जिस स्पीड नाल इनक्रीज़ होएगी उसी स्पीड नाल मैं अपनी डिमांड इनक्रीज़ नहीं करूँगा, जिस स्पीड नाल मेरी इनकम बढ़ूगी। तो बच्चे एक टेबल बन सकता है इस चीज़ का, इतनी इनकम पे मैं इतने रुपए की चीज़ें खरीद लूँगा, इतनी इनकम पे इतने रुपए की चीज़ खरीद लूँगा। तो पूरे देश में बनाना थोड़ी खरीदते हैं लोग, वो तो आपको बनाना की एक एग्जाम्पल दिया है। तो अलग अलग एरिया के अलग अलग लोग होंगे ने, जोड़े अलग अलग एरिया के अलग अलग लोग होंगे ने, वो अपनी अलग अलग इनकम से अलग अलग चीज़ां खरीदते हैं। मैं कुछ ऐसे लोगों को जानता है जोड़े रोज़ की 2-2 हज़ार दिहाड़ी पा लेंगे और 2,000 रुपये खर्च देंगे ने। मतलब उन्होंने इनकम जे किसी दिन 1,000 हुई है तो 1,000 खर्च देंगे ने। कई इन लोग ऐसे ने जिन्होंने इनकम 0 होंगी है तो कुछ भी नहीं खर्चते, और मैंने ऐसे भी देखे ने लोग जिन्होंने इनकम 0 होंगी है वो तां भी कुछ ना कुछ खर्च देंगे ने उधार लैके। सर कहना की चाहते हो? कहना ही चाहते हैं कि जिमें जिमें एक रूल बन रहा है, जिमें जिमें इनकम इनक्रीज़ होंगी है, लोग उस रेशो दे विच डिमांड भी इनक्रीज़ करते हैं, लेकिन रेशो ही होंगी है लेकिन लोअर लैवल पर होंगी है। इनकम डबल होगी, डिमांड नहीं डबल हो सकती। रब थोड़ी इनकम 20,000 तो 2 लाख रुपये कर दोगे, फिर तुम 10 सिलेंडर खरीदोगे जबकि थोड़ा महीने का 1 सिलेंडर लगता हो, फिर तुम माचिस जी हैगी है वो ज़्यादा खरीदोगे। चलो मान लो भी थोड़ी इनकम रब ने 20,000 तो 2 लाख रुपया करती, 1 लाख रुपया करती, फिर तुम नमक दियाँ 10-10 थैलियाँ खरीदोगे महीने दियाँ? नहीं बच्चे, एक लैवल तक, एक पॉइंट तक थोड़ी जी डिमांड है वो इनक्रीज़ होएगी, क्योंकि तुसी पहला कुछ चीज़ों ज़्यादा नहीं खरीद सकते थे या खरीदते नहीं सी क्योंकि थोड़ी इनकम अलाउ नहीं करती सी। अज थोड़ी इनकम अलाउ करती तुसी खरीद लैने उस चीज़ों, लेकिन एक हद होंगी है, एक हद तो बाद वो क्वांटिटी इनक्रीज़ नहीं होती, फिर क्वालिटी इनक्रीज़ होने लग जाती है। फॉर एग्जाम्पल एक रिच इंसान हाई इनकम वाला वो मैकडी या सबवे या KFC इन्होंने चीज़ों के आके बर्गर या अपना जो भी है चिकन वगैरह खाएगा,
लेकिन एक गरीब इंसान 20 रुपये 40 रुपये 30 रुपये वाला बर्गर ਖਾਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਰੱਬ ਨੇ ਤੁਹਾਡੀ ਜੇ ਇਨਕਮ ਵਧਾਤੀ ਪਹਿਲਾਂ ਪਹਿਲਾਂ ਤੁਸੀਂ 버ਗਰ ਜ਼ਿਆਦਾ ਖਾ ਲਓਗੇ 2 ਖਾ ਲਓਗੇ ਲੇਕਿਨ ਇੱਕ ਟਾਈਮ ਬਾਅਦ ਰੱਬ ਨੇ ਤੁਹਾਨੂੰ ਇੰਨੇ ਕੁ ਪੈਸੇ ਦਿੱਤੇ ਕਿ ਤੁਹਾਨੂੰ 10 버ਗਰ ਖਾਣ ਜੋਗੇ ਇੱਕ ਵਾਰ 'ਚ ਪੈਸੇ ਨਹੀਂ ਫਿਰ ਤੁਹਾਨੂੰ ਉਹ ਉਡਾਣੇ ਨਹੀਂ ਫਿਰ ਤੁਸੀਂ ਬੱਚੇ ਮੈਕਡੋਨਲਡ ਜਾਓਗੇ ਕੌਫੀ ਪੀਣੀ ਹੈ 10 ਰੁਪਏ ਦਾ ਕੱਪ ਵੀ ਹੈ ਚਾਹ 20 ਰੁਪਏ ਦਾ ਵੀ 40 ਰੁਪਏ ਦਾ ਸਟਾਰਬਕਸ ਜਾਓਗੇ 5000 3000 ਰੁਪਏ ਦਾ ਇੱਕ ਕੌਫੀ ਦਾ ਕੱਪ ਠੀਕ ਹੈ ਮਤਲਬ ਪੈਸਾ ਜਿਵੇਂ ਜਿਵੇਂ ਲੋਕ ਕਮਾਉਂਦੇ ਨੇ ਉਸ ਪੈਸੇ ਨੂੰ ਕੱਢਣ ਵਾਸਤੇ ਉਸੇ ਤਰ੍ਹਾਂ ਦੇ ਸਿਸਟਮ ਬਣੇ ਹੋਏ ਨੇ ਤਾਂ ਉਸ ਸਿਸਟਮ ਨੂੰ ਸਮਝਣਾ ਅਸੀਂ ਔਰ ਲੋਕ ਐਕਚੁਅਲੀ ਕਿੰਨਾ ਰੁਪਇਆ ਖਰਚਦੇ ਨੇ ਇਹ ਨਹੀਂ ਐਗਰੀਗੇਟ ਡਿਮਾਂਡ ਹੁੰਦੀ ਕਿੰਨੀ ਇਨਕਮ 'ਤੇ ਲੋਕ ਕਿੰਨਾ ਪੈਸਾ ਖਰਚ ਦੇਣਗੇ ਇਹ ਐਗਰੀਗੇਟ ਡਿਮਾਂਡ ਹੈ ਔਰ ਇਹ ਅਲੱਗ-ਅਲੱਗ ਏਰੀਏ 'ਚ ਅਲੱਗ-ਅਲੱਗ ਹੁੰਦੀ ਹੈ ਅਲੱਗ-ਅਲੱਗ ਸੋਚ ਦੇ ਬੰਦਿਆਂ ਦੀ ਅਲੱਗ-ਅਲੱਗ ਹੁੰਦੀ ਹੈ ਫਿਰ ਐਕਸਪੈਕਟੇਸ਼ਨ ਹੈ ਤੁਹਾਡੀ ਵੀ ਫਿਊਚਰ ਤੁਸੀਂ ਕਿੰਨਾ ਕਮਾ ਲਓਗੇ ਜਾਂ ਕਿੰਨਾ ਕਮਾਉਂਦੇ ਹੋ ਹੁਣ ਇਹ ਸਭ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਤਾਂ ਕੁੱਲ ਮਿਲਾ ਕੇ ਕੁਛ ਗੱਲਾਂ ਜਿਹੜੀਆਂ ਆਪਾਂ ਸੁਣੀਆਂ ਤਾਂ ਐਗਰੀਗੇਟ ਡਿਮਾਂਡ ਦਾ ਮੀਨਿੰਗ ਇਹ ਹੋ ਗਿਆ ਵੀ ਉਹ ਟੋਟਲ ਖਰਚਾ ਜਿਹੜੇ ਲੋਕ ਕਰ ਸਕਦੇ ਨੇ ਵੀ ਜੇ ਉਹ ਇੰਨਾ ਕਮਾਉਣ ਜਿਵੇਂ ਫੋਰ ਐਗਜ਼ਾਮਪਲ ਕੋਈ ਬੰਦਾ ਕਾਸ਼ ਕਵੇ ਕਾਸ਼ ਮੈਂ ਲੱਖ ਰੁਪਇਆ ਮਹੀਨਾ ਕਮਾਉਂਦਾ ਹੋਵਾਂ ਤਾਂ ਮੈਂ 20000 ਰੁਪਇਆ ਤਾਂ ਸਿਰਫ ਫਰੂਟਸ 'ਤੇ ਖਰਚਦਾ ਮਹੀਨੇ ਦਾ ਤਾਂ ਉਹ ਇੱਕ ਇਮੈਜੀਨੇਸ਼ਨ ਹੈ ਤੁਸੀਂ ਇਹਨੂੰ ਐਗਰੀਗੇਟ ਡਿਮਾਂਡ ਕਹਿ ਸਕਦੇ ਹੋ ਤਾਂ ਐਗਰੀਗੇਟ ਡਿਮਾਂਡ ਸਮ ਟੋਟਲ ਹੈ ਉਹ ਸਾਰੇ ਖਰਚੇ ਦਾ ਜਿਹੜਾ ਇੱਕ ਬੰਦਾ ਪਲਾਨ ਕਰਦਾ ਹੈ ਵੀ ਮੈਂ ਇਹ ਚੀਜ਼ ਖਰੀਦ ਲੂੰਗਾ ਆਹ ਵਸਤੂ ਜਾਂ ਸਰਵਿਸ ਖਰੀਦ ਲੂੰਗਾ ਇਕੋਨਮੀ 'ਚੋਂ ਜੇ ਮੇਰੀ ਇੰਨੀ ਇਨਕਮ ਹੋਵੇ ਜੇ ਮੇਰੀ ਇਨਕਮ ਹੋਰ ਵੱਧ ਹੋਵੇ ਮੈਂ ਇੰਨੀ ਖਰੀਦ ਲੂੰਗਾ ਜੇ ਹੋਰ ਇਨਕਮ ਵੱਧ ਹੋਵੇ ਤਾਂ ਮੈਂ ਇੰਨੀ ਖਰੀਦੂੰਗਾ ਜੇ ਮੇਰੀ ਇਨਕਮ ਘੱਟ ਹੋਵੇ ਤਾਂ ਮੈਂ ਇੰਨੀ ਖਰੀਦੂੰਗਾ ਜਾਂ ਨਹੀਂ ਖਰੀਦੂੰਗਾ ਇਸ ਚੀਜ਼ ਨੂੰ ਅਸੀਂ ਐਗਰੀਗੇਟ ਡਿਮਾਂਡ ਕਹਿੰਦੇ ਹਾਂ ਤਾਂ ਐਗਰੀਗੇਟ ਡਿਮਾਂਡ ਦਾ ਬਿਹੇवियर ਕੀ है हालांकि मैं ਤੁਹਾਨੂੰ इनडायरेक्टली पहले ही दस चुका कि जैसे जैसे इनकम बढ़ेगी आपकी डिमांड भी बढ़ेगी लेकिन इनकम जितनी स्पीड से बढ़ेगी उससे कम स्पीड में आपकी डिमांड बढ़ेगी क्योंकि यार आप ऐसे थोड़ी डबल कर लोगे नमक डबल कर लोगे चीनी आपकी 5 किलो लगती है महीने की जब आप 20,000 कमाते थे तब भी 5 किलो चीनी लेते थे अब ऐसे थोड़ी है कि भाई मेरी इनकम तो भाई 2 लाख रुपये अब हो गई अभी तो मैं 50 किलो चीनी खा जाऊँगा महीने में तो शुगर करवाओगे यार बीमारियाँ लगवाओगे ऐसे थोड़ी होता है तो बिहेवियर ऐसा ही है कि जीरो इनकम पे भी लोगों को कुछ ना कुछ खर्चा करना पड़ता है अब हम थोड़ा और टेक्निकल में चलते हैं पंजाबी च आ जाते हैं मुझे पता नहीं कितना फील थोड़ा जा जाता पंजाबी तो हिंदी च शिफ्ट हो जाता चलो मुड़ते हैं तो बच्चे मैं ही कहना चाहूँगा कि ਜਦੋਂ ਕੁਝ ਲੋਕਾਂ ਦੀ ਕੋਈ ਵੀ ਇਨਕਮ ਨਹੀਂ ਹੁੰਦੀ ਜ਼ੀਰੋ ਇਨਕਮ ਹੁੰਦੀ ਹੈ ਹੁਣ ਤਾਂ ਮੈਂ ਤੁਹਾਨੂੰ ਦੱਸਦਾ ਵੀ ਜੇ ਇੰਨੇ ਕਮਾਊਂਗਾ ਤਾਂ ਇੰਨੇ ਖਰਚੂੰਗਾ ਲੇਕਿਨ ਕਈ ਵਾਰ ਤਾਂ ਇਨਕਮ ਜ਼ੀਰੋ ਹੁੰਦੀ ਹੈ ਕੁਛ ਵੀ ਇਨਕਮ ਨਹੀਂ ਹੁੰਦੀ ਬੰਦੇ ਨੂੰ ਬਿਲਕੁਲ ਵੀ ਇਨਕਮ ਨਹੀਂ ਹੁੰਦੀ ਐਸੀ ਸਿਚੁਏਸ਼ਨ 'ਚ ਬੰਦੇ ਨੂੰ ਕੀ ਕਰਨਾ ਪੈਂਦਾ ਜਦੋਂ ਕਿਸੇ ਬੰਦੇ ਦੀ ਇਨਕਮ ਬਿਲਕੁਲ ਹੀ ਜ਼ੀਰੋ ਹੁੰਦੀ ਹੈ ਉਸ ਨੂੰ ਫਿਰ ਵੀ ਕੁਛ ਨਾ ਕੁਛ ਖਾਣਾ ਪੀਣਾ ਜਾਂ ਪਹਿਨਣਾ ਪੈਂਦਾ ਜੀਵਨ ਦੀ ਬਹੁਤ ਜ਼ਰੂਰਤਾਂ ਫਿਰ ਚਾਹੇ ਉਹ ਉਧਾਰ ਹੈ ਚਾਹੇ ਮੰਗ ਕੇ ਕਰਦਾ ਪਰ ਆਪਾਂ ਉਰੇ ਹੁਣ ਇੱਕ ਬੈਗਰ ਦੀ ਗੱਲ ਨਹੀਂ ਕਰ ਰਹੇ ਹੈਗੇ ਆਪਾਂ ਇੱਕ ਐਸੇ ਇਨਸਾਨ ਦੀ ਗੱਲ ਕਰਦੇ ਹਾਂ ਜਿਸ ਬੰਦੇ ਨੇ ਬਹੁਤ ਅੱਛਾ ਪੈਸਾ ਕਮਾ ਕੇ ਜੋੜਿਆ ਹੋਇਆ ਔਰ ਉਹਦੀ ਸੇਵਿੰਗ ਦੇ ਵਿੱਚ ਪੈਸਾ ਪਿਆ ਹੈ ਔਰ ਅੱਜ ਉਹ ਬੰਦਾ ਕਮਾ ਨਹੀਂ ਰਿਹਾ ਤਾਂ ਉਹ ਪੈਸੇ ਕਿੱਥੇ ਖਰਚੂਗਾ ਉਹ ਆਪਣੀ ਸੇਵਿੰਗ 'ਚੋਂ ਪੈਸਾ ਖਰਚੂਗਾ ਫਿਰ ਕਮਾ ਤਾਂ ਰਿਹਾ ਨਹੀਂ ਜੇ ਕਮਾ ਨਹੀਂ ਰਿਹਾ ਤਾਂ ਸੇਵਿੰਗ 'ਚੋਂ ਪੈਸਾ ਖਰਚੂਗਾ ਤਾਂ ਇਹਨੂੰ ਮਾਈਨਸ 'ਚ ਆਪਾਂ ਬੋਲਦੇ ਹਾਂ ਕਿ ਬੰਦਾ ਮਾਈਨਸ 'ਚ ਜਾ ਰਿਹਾ ਹੈ ਬੰਦਾ ਬਿਨਾਂ ਅਰਨਿੰਗ ਤੋਂ ਪੈਸਾ ਖਰਚ ਕਰ ਰਿਹਾ ਹੈ ਤਾਂ ਬੱਚੇ ਇਸ ਖਰਚੇ ਨੂੰ ਕੰਪਲਸਰੀ ਖਰਚਾ ਕਰਨੇ ਆਪਾਂ ਠੀਕ ਹੈ ਔਰ ਇਹਦੇ ਲਈ ਆਪਣੇ ਕੋਲ ਇੱਕ ਟਰਮ ਵੀ ਆ ਜਾਊਗੀ ਕਿ ਇਹ ਉਹ ਘੱਟੋ ਘੱਟ ਖਰਚਾ ਹੈ ਜਿਹੜਾ ਮੇਰੀ ਇਨਕਮ ਹੋਵੇ ਚਾਹੇ ਮੇਰੀ ਇਨਕਮ ਨਾ ਹੋਵੇ ਮੈਨੂੰ ਇਹ ਖਰਚਾ ਕਰਨਾ ਹੀ ਪੈਂਦਾ ਤਾਂ ਇਹ ਐਸੀ ਕੰਜ਼ਪਸ਼ਨ ਹੈ ਜਿਹੜੀ ਪੱਕੀ ਕੰਜ਼ਪਸ਼ਨ ਹੈ ਔਰ ਇਸ ਚੀਜ਼ ਨੂੰ ਅਸੀਂ ਸੀ ਲਿਖ ਕੇ ਉਸਦੇ ਉੱਪਰ ਬਾਰ ਪਾ ਦਿੰਦੇ ਹੁੰਦੇ ਹਾਂ ਠੀਕ ਹੈ ਇਸ ਤਰ੍ਹਾਂ ਠੀਕ ਹੈ ਸੀ ਲਿਖ ਕੇ ਉਸਦੇ ਉੱਪਰ ਆਪਾਂ ਬਾਰ ਪਾ ਕੇ ਠੀਕ ਹੈ ਨਹੀਂ ਲਿਖਿਆ ਚਲੋ ਕੋਈ ਗੱਲ ਨਹੀਂ ਤੁਹਾਡੀ ਬੁੱਕ ਦੇ ਵਿੱਚ ਅੱਗੇ ਕਿਤੇ ਲਿਖਿਆ ਹੋਊਗਾ ਆਟੋਨੋਮੀਅਸ ਕੰਜ਼ਪਸ਼ਨ ਇੰਡਿਊਸਡ ਕੰਜ਼ਪਸ਼ਨ इंड्यूस्ड कंजप्शन वो कंजप्शन होगी कि मेरी इनकम अगर बढ़ेगी या कुछ तो मैं ज़्यादा परचेस करूँगा तो ये तो इंड्यूस्ड कंजप्शन हो गई लेकिन बच्चे जड़ी कंजप्शन बिना किसी भी कमाई तो मैंने करनी ही पैंदी है कंजप्शन खरीदनी ही पैंदी है चीज़ मजबूरी च करना चाहे मैंने उधार मंगना पवे लोगों तो उस चीज़ ਨੂੰ ਕੀ ਕਹਿੰਦੇ उस चीज़ में असी बोलते हैं ਆਟੋਨੋਮੀਅਸ ਕੰਜ਼ਪਸ਼ਨ अब ਅੱਗੇ ਆਪਣੇ ਕੋਲ ਵਰਡ ਆ ਜਾਣਗੇ ਸਾਰੇ ਕੋਈ ਚੱਕਰ ਨਹੀਂ ਤਾਂ ਬੱਚੇ ਸ਼ਡਿਊਲ ਸਮਝ ਕੇ ਤੁਸੀਂ ਜ਼ੀਰੋ ਇਨਕਮ ਤੇ ਮੈਂ 30 ਰੁਪਏ ਖਰਚਦਾ ਇਹਨੂੰ ਅਸੀਂ ਪਲੈਨਡ ਐਕਸਪੈਂਡੀਚਰ ਬੋਲਦੇ ਹਾਂ ਜਦੋਂ 20 ਰੁਪਏ ਕਮਾਊਂਗਾ ਮੈਂ 20 ਰੁਪਏ ਨਹੀਂ ਸਮਝ ਆਉਂਦਾ 20,000 ਕਰ ਲਓ
जब 0 रुपए कमाने मैं 30,000 रुपये खर्चदा, ਜਦੋਂ 20,000 ਕਮਾਉਣ ਲੱਗ ਗਿਆ ਤਾਂ 35,000 ਖਰਚਦਾ। ਸਰ ਕਿੱਥੋਂ ਆਉਂਦੇ ਪਏ? ਸੇਵਿੰਗ ਚੋਂ। ਸ਼ਾਇਦ ਮੇਰਾ ਖਰਚਾ ਨਹੀਂ ਪੂਰਾ ਹੁੰਦਾ 20,000 ਰੁਪਏ ਨਾਲ, ਤਾਂ ਮੈਂ 35,000 ਖਰਚਦਾ। ਮੈਨੇ ਸਟੈਂਡਰਡ ਆਫ ਲਿਵਿੰਗ ਆਪਣਾ ਹਾਈ ਰੱਖਿਆ ਹੋਊਗਾ, ਜਾਂ ਜੋ ਵੀ ਹੈ, ਜਿਸ ਵੀ ਬੰਦੇ ਦੀ ਗੱਲ ਕਰਦੇ ਹਾਂ। ਔਰ ਇਹ ਇੱਕ ਪੂਰੇ ਇੰਡੀਆ ਦੀ ਗੱਲ ਹੋ ਰਹੀ ਹੈ। ਬੰਦੇ ਦੀ ਤਾਂ ਤੁਹਾਨੂੰ ਵੈਸੇ ਹੀ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਹੁੰਦਾ, ਠੀਕ ਹੈ। ਔਰ ਜੇ ਤੁਸੀਂ 40,000 ਕਮਾਓਗੇ ਤਾਂ ਤੁਸੀਂ 40,000 ਖਰਚ ਦੋਗੇ। ਇਹ ਵੀ ਇੱਕ ਪੁਆਇੰਟ ਹੈ ਕਿ ਜਦੋਂ ਜਿੰਨੇ ਕਮਾਵਾਂਗੇ ਉਨੀ ਖਰਚ ਦਾਂਗੇ। ਇਸ ਪੁਆਇੰਟ 'ਤੇ ਸੇਵਿੰਗ ਜ਼ੀਰੋ ਹੈ, ਨਾ ਤਾਂ ਮਾਈਨਸ 'ਚ ਹੈ ਮੈਂ, ਨਾ ਹੀ ਮੈਂ ਸੇਵਿੰਗ ਪਲੱਸ 'ਚ ਕਰ ਰਿਹਾ। ਜਿੰਨਾ ਕਮਾਉਣਾ ਉਹਨੂੰ ਖਰਚ ਲੈਣਾ। ਤਾਂ ਲੋਕ ਕਹਿੰਦੇ ਹੁੰਦੇ ਆਈ ਚਲਾਈ ਹੋਈ ਜਾਂਦੀ ਹੈ ਜੀ। ਦੈਟ ਮੀਨਸ ਵੀ ਬਸ ਜੋ ਕਮਾਉਂਦੇ ਆ ਖਰਚਾ ਹੋ ਜਾਂਦਾ। ਦੇਰ ਇਜ਼ ਨੋ ਸੇਵਿੰਗ, ਦੇਰ ਇਜ਼ ਨੋ ਰੂਮ ਫੋਰ ਐਨੀ ਸੇਵਿੰਗਸ। ਔਰ ਅੱਜ ਦਾ ਜਿਹੜਾ ਦੌਰ ਹੈ ਗਰੀਬੀ ਦਾ, ਮੰਦੀ ਦਾ, ਲੋਕ ਪੰਜਾਬ ਦੇ ਬਾਹਰ ਜਾ ਰਹੇ ਨੇ, ਇਹੀ ਸਮਾਂ ਹੈ ਜਿਹਦੇ ਵਿੱਚ ਜਿੰਨਾ ਲੋਕ ਕਮਾਉਂਦੇ ਨੇ ਉਨਾ ਹੀ ਖਰਚ ਦਿੰਦੇ ਨੇ। ਸੇਵਿੰਗ ਵਗੈਰਾ ਜਿਹੜੀ ਹੈਗੀ ਆ ਉਹ ਇੰਨੀ ਨਹੀਂ ਹੈਗੀ। ਇੰਨੀ ਕਿ ਬਸ ਸੇਵਿੰਗ ਹੈ ਹੀ ਨਹੀਂ, ਬਸ ਕਿਸੇ ਕਿਸੇ ਦੀ ਹੈ। ਕਿਸੇ ਦਾ ਬਿਜ਼ਨਸ ਬਹੁਤ ਅੱਛਾ ਚੱਲਦਾ ਹੈ, ਨਹੀਂ ਚੱਲਦਾ ਘੱਟ ਵੱਧ ਹੈ, ਜੋ ਵੀ ਹੈ, ਠੀਕ ਹੈ। ਕਿਸਾਨਾਂ ਦਾ ਅੱਛਾ ਚੱਲਦਾ ਪੰਜਾਬ ਦੇ ਵਿੱਚ, ਉਸ ਚੀਜ਼ 'ਤੇ ਵੀ ਚਲੋ ਕੋਈ ਨਾ ਕੋਈ ਸੱਟ ਪੈਣ ਦੀ ਕੋਸ਼ਿਸ਼ ਹੋ ਰਹੀ ਹੈ। ਜਦ ਮੈਂ 60,000 ਕਮਾਊਂਗਾ ਫਿਰ ਮੈਂ 45,000 ਖਰਚੂੰਗਾ। ਮੈਂ ਹੁਣ ਸੇਸ਼ਟੀ ਪੁਆਇੰਟ 'ਤੇ ਪਹੁੰਚ ਗਿਆ। ਸੇਸ਼ਟੀ ਮਤਲਬ ਮੈਂ ਰੱਜ ਗਿਆ। ਕਿੱਥੇ ਖਰਚਾ? ਸਾਰਾ ਕੁਛ ਠੀਕ ਹੈ, ਅੱਛੀ ਅੱਛੀ ਚੀਜ਼ਾਂ ਆਉਂਦੀਆਂ ਘਰ ਦੇ ਵਿੱਚ। 60,000 ਕਮਾ ਰਿਹਾ, 45 ਖਰਚਦਾ, 15,000 ਮੇਰੀ ਸੇਵਿੰਗ 'ਚ ਜਾਣ ਲੱਗ ਗਿਆ। ਸਰ ਜੇ 80,000 ਕਮਾਊਂਗਾ ਤਾਂ ਮੈਂ 50,000 ਖਰਚ ਦੂੰਗਾ। ਹਾਲਾਂਕਿ ਬੱਚੇ ਜਿਹੜੀ ਇਹ ਸੋਚ ਹੈ ਕਿਸੇ ਇੱਕ ਬੰਦੇ ਦੀ, ਜੇ ਸੋਚ ਦੀ ਮੈਂ ਗੱਲ ਕਰਾਂ ਕਿ ਮੈਂ ਇੰਨੇ ਕਮਾਏ ਅਤੇ ਇੰਨਾ ਖਰਚ ਦੂੰਗਾ, ਇਹਨੂੰ MPC ਵੀ ਬੋਲਦੇ ਨੇ। ਆਪਾਂ ਪੜ੍ਹਨਾ ਅੱਗੇ, ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ। ਮਤਲਬ ਇੱਕ ਬੰਦੇ ਦੀ ਨੇਚਰ ਵੀ ਮੈਂ ਜੇ ਇੰਨੇ ਵੱਧ ਕਮਾਏ ਤਾਂ ਜਿੰਨੇ ਮੈਂ ਉੱਪਰ ਕਮਾਏ ਪੈਸੇ, ਮਤਲਬ ਫੋਰ ਐਗਜ਼ਾਮਪਲ ਮੇਰੀ ਤਨਖਾਹ ਡਬਲ ਹੋ ਗਈ, ਤਾਂ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਮੈਂ ਖਰੀਦਣਾ ਵੀ ਡਬਲ ਕਰ ਦੂੰਗਾ। ਕੁਛ ਚੀਜ਼ਾਂ ਹੁੰਦੀਆਂ ਨੇ ਤਾਂ ਉਹਨੂੰ MPC ਬੋਲਦੇ ਆ। ਹਾਲਾਂਕਿ ਆਪਾਂ ਅੱਗੇ ਜਾ ਕੇ ਪੜ੍ਹਨਾ, ਚਲੋ ਕੋਈ ਗੱਲ ਨਹੀਂ। ਫਿਲਹਾਲ ਦੀ ਡੇਟ 'ਚ ਅਸੀਂ ਐਗਰੀਗੇਟ ਡਿਮਾਂਡ ਨੂੰ ਤੁਸੀਂ ਚੰਗੀ ਤਰ੍ਹਾਂ ਸਮਝੇ ਹੋਣਗੇ ਵੀ ਮੈਂ ਕਹਿਣਾ ਕੀ ਚਾਹੁੰਦਾ। ਜਦੋਂ 1 ਲੱਖ ਰੁਪਇਆ ਕਮਾਊਂਗਾ, 100 ਮਤਲਬ 1 ਲੱਖ, ਮੇਰੇ ਕੋਲ ਜਿਹੜੀ ਬੁੱਕ ਹੈ ਨਾ ਉਹ 'ਚ ਵਾਈ ਇਨਕਮ ਲਿਖੀ ਹੋਈ ਹੈ। 100,000 ਮਤਲਬ ਮੈਂ 1 ਲੱਖ ਕਮਾਊਂਗਾ। ਇਮੈਜੀਨੇਸ਼ਨ ਹੈ। 100 ਰੁਪਇਆ ਮੰਨ ਲਓ, ਇਹਨੂੰ 100 ਕਰੋੜ ਮੰਨ ਲਓ, 100,000 ਕਰੋੜ ਮੰਨ ਲਓ, ਇਹ ਕੋਈ ਟੈਨਸ਼ਨ ਨਹੀਂ। ਤਾਂ ਮੈਂ 55,000 ਖਰਚੂੰਗਾ। ਸਰ ਬਾਕੀ ਸੇਵਿੰਗ 120,000 ਮਤਲਬ 1 ਕਰੋੜ 1,20,000 ਕਮਾਊਂਗਾ ਤਾਂ 60,000 ਖਰਚ ਦੂੰਗਾ। ਔਰ ਇਸ ਚੀਜ਼ ਦੀ ਬੱਚਾ ਡਾਇਗਰਾਮ ਬਣੀ ਹੋਈ ਹੈ। ਡਾਇਗਰਾਮ ਕਿਵੇਂ ਬਣੀ ਹੋਈ ਹੈ? ਇੱਕ ਉੱਥੇ ਪੁਆਇੰਟ ਲਿਖਿਆ ਹੋਇਆ ਹੈ 30 'ਤੇ ਇੱਕ ਪੁਆਇੰਟ ਲੱਗਿਆ ਹੋਇਆ ਐਗਰੀਗੇਟ ਡਿਮਾਂਡ ਦਾ, ਠੀਕ ਹੈ। ਐਗਰੀਗੇਟ ਡਿਮਾਂਡ ਦਾ ਇੱਕ ਪੁਆਇੰਟ ਹੈ, ਠੀਕ ਹੈ, ਦੇਖ ਲਿਓ ਸਭ ਨੂੰ। ਤਾਂ ਐਗਰੀਗੇਟ ਡਿਮਾਂਡ ਇੱਕ ਮਿਨੀਮਮ ਪੁਆਇੰਟ ਤੋਂ ਤੁਹਾਡੀ, ਤੁਸੀਂ ਦੇਖੋ ਵੀ 30 ਤੋਂ 30 ਮੀਨਸ ਇਹ ਉਹ ਗਰੀਬੀ ਦੀ ਸਿਚੁਏਸ਼ਨ ਹੈ ਜਿਸ ਟਾਈਮ ਦੇ ਵਿੱਚ ਮੈਂ ਘੱਟੋ ਘੱਟ ਇੰਨੀ ਚੀਜ਼ ਤਾਂ ਖਰੀਦੂੰਗਾ ਹੀ ਖਰੀਦੂੰਗਾ, ਮਜਬੂਰੀ ਤੁਸੀਂ ਕਹਿ ਲਓ ਇਹਨੂੰ। ਤਾਂ ਇਹਨੂੰ ਆਟੋਨੋਮੀਅਸ ਕੰਜ਼ੰਪਸ਼ਨ ਵੀ ਅਸੀਂ ਕਹਿ ਸਕਦੇ ਹਾਂ। ਤਾਂ ਇਹ ਕੰਜ਼ੰਪਸ਼ਨ ਜਿਹੜੀ ਹੈਗੀ ਹੈ ਉਹ ਦੋ ਚੀਜ਼, ਮਤਲਬ ਜਿਹੜਾ ਆਪਣਾ ਖਰਚਾ ਹੁੰਦਾ ਜਾਂ ਕਮਾਈ ਆ, ਉਹ ਦੋ ਚੀਜ਼ਾਂ ਹੁੰਦੀਆਂ, ਕੰਜ਼ੰਪਸ਼ਨ ਅਤੇ ਇਨਵੈਸਟਮੈਂਟ, ਠੀਕ ਹੈ। ਲੇਕਿਨ ਜਿਵੇਂ ਜਿਵੇਂ ਆਪਣੀ ਇਨਕਮ ਘੱਟ ਹੈ ਤਾਂ ਇਨਕਮ ਘੱਟ ਹੈ ਤਾਂ ਠੀਕ ਹੈ, ਠੀਕ ਹੈ। ਇੱਕ ਇਨਵੈਸਟਮੈਂਟ ਵੀ ਕੰਪਲਸਰੀ ਵਾਲੀ ਹੁੰਦੀ ਹੈ, ਜਿਸ ਤਰ੍ਹਾਂ ਡਾਇਗਰਾਮ 'ਚ ਆਪਣੇ ਕੋਲ ਕੰਪਲਸਰੀ ਵਾਲੀ ਇਨਵੈਸਟਮੈਂਟ ਲਿਖੀ ਹੋਈ ਹੈ ਨਾ। ਆਹ ਵਾਲਾ ਪੁਆਇੰਟ ਜਿਹੜਾ ਜਾ ਰਿਹਾ ਇਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਇਹ ਜਿਹੜਾ ਡਾਇਗਰਾਮ 'ਚ ਆਹ ਵਾਲਾ ਪੁਆਇੰਟ ਹੈ ਪੁੱਤ, ਇਹ ਮੇਰਾ ਉਹ ਖਰਚਾ ਜਿਹੜਾ ਮੈਂ ਕਰਨਾ ਹੀ ਕਰਨਾ। ਮੇਰੀ ਕਮਾਈ ਜ਼ੀਰੋ ਹੈ, ਮੈਂ ਕਮਾਈ ਹੋਰ ਕਰਨ ਲੱਗ ਗਿਆ, ਕਮਾਈ ਵਧਾਉਣ ਲੱਗ ਗਿਆ। ਇੱਕ ਟਾਈਮ ਐਵੇਂ ਆਊਗਾ ਵੀ ਮੈਂ 40,000 ਕਮਾਊਂਗਾ, 40,000 ਹੀ ਖਰਚ ਦੂੰਗਾ। ਉਹ ਇਹ ਵਾਲਾ ਪੁਆਇੰਟ ਹੈ, ਦੈਟ ਇਜ਼ ਇਕੁਇਲਿਬਰਮ ਪੁਆਇੰਟ, ਠੀਕ ਹੈ, ਜਿਹਦੇ 'ਤੇ ਮੈਂ ਪੈਨ ਨਾਲ ਥੋੜ੍ਹਾ ਜਿਹਾ ਡਰੋ ਕਰਿਆ। ਔਰ ਇਸ ਤੋਂ ਬਾਅਦ ਮੇਰੀ ਇਨਕਮ ਵੱਧਦੀ ਜਾਏਗੀ, ਲੇਕਿਨ ਮੇਰਾ ਖਰਚਾ ਵੀ ਵੱਧਦਾ ਜਾਏਗਾ। ਦੇਖੋ ਖਰਚਾ ਵੱਧ ਰਿਹਾ, ਉੱਪਰ ਨੂੰ ਜਾ ਰਹੀ ਹੈ ਹਲਕੀ ਹਲਕੀ, ਲੇਕਿਨ ਇਨਕਮ ਜ਼ਿਆਦਾ ਵੱਧ ਰਹੀ ਹੈ ਔਰ ਖਰਚਾ ਘੱਟ ਵੱਧ ਰਿਹਾ। ਤਾਂ ਜਿਹੜਾ ਆਹ ਗੈਪ ਹੈ ਇਹ ਸੇਵਿੰਗ ਨੂੰ ਡਿਨੋਟ ਕਰਦਾ, ਐਜ਼ ਫੋਰ ਸੇਵਿੰਗ, ਠੀਕ ਹੈ। ਸੇਵਿੰਗ ਨੂੰ ਤੁਸੀਂ ਇਨਵੈਸਟਮੈਂਟ ਬੋਲ ਲਓ, ਉਹ ਵੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਆਈ ਥਿੰਕ ਅੰਡਰਸਟੈਂਡ ਹੋ ਗਿਆ ਹੋਊਗਾ ਪੁਆਇੰਟ, ਠੀਕ ਹੈ। ਔਰ ਕੁਛ ਨਹੀਂ ਹੈਗਾ, ਇਹ ਕਰਵਜ਼ ਵਗੈਰਾ ਬੜੀਆਂ ਸਿੰਪਲ ਨੇ। ਸਰ ਉਹ ਪੁਆਇੰਟ ਦੱਸੋ ਜਿਹੜਾ ਆਈ ਵਾਲਾ ਹੈ। ਦੇਖੋ ਬੱਚੇ, ਆਈ ਇੱਕ ਇਨਵੈਸਟਮੈਂਟ ਵਾਲਾ ਪੁਆਇੰਟ ਹੈ। ਆਈ ਮੀਨਸ ਕਿਸੇ ਵੀ ਬਿਜ਼ਨਸ ਨੂੰ ਚੱਲਦਾ ਰੱਖਣ ਵਾਸਤੇ ਕੁਛ ਥੋੜ੍ਹੀ ਇਨਵੈਸਟਮੈਂਟ ਉਸ ਦੇ ਵਿੱਚ ਕਰਨੀ ਹੀ ਪੈਂਦੀ ਹੈ। ਇੱਕ ਬਿਜ਼ਨਸ ਨੂੰ ਚੱਲਦਾ ਰੱਖਣ ਵਾਸਤੇ ਇੱਕ ਥੋੜ੍ਹੀ ਜਿਹੀ ਇਨਵੈਸਟਮੈਂਟ ਪੱਕੀ ਹੋਈ ਕਰਨੀ ਪੈਂਦੀ ਹੈ। ਜਾਂ ਇੱਦਾਂ ਸੋਚ ਲਓ ਕਿ ਭਾਈ ਇੰਡੀਆ ਦੇ ਵਿੱਚ ਫਿਊਚਰ ਜੋ ਹੈ ਉਹ ਬੱਚਿਆਂ ਦਾ ਹੈ ਨਹੀਂ, ਤਾਂ ਮਾਂ ਬਾਪ ਨੂੰ ਕੁਛ ਨਾ ਕੁਛ ਪੈਸੇ ਸੇਵਿੰਗ ਦੇ ਕਰਨੇ ਹੀ ਕਰਨੇ ਪੈਂਦੇ ਨੇ, ਚਾਹੇ ਕਿੱਥੋਂ ਮਰਜ਼ੀ ਸੇਵਿੰਗ ਕਰਨ ਉਹ
ਉਹ ਮਿਨੀਮਮ ਸੇਵਿੰਗ ਵਾਲਾ ਪੁਆਇੰਟ ਉਹਨਾਂ ਨੇ 10 ਤੇ ਬਣਾਇਆ ਹੋਇਆ ਕਿ ਇੰਨੀ ਕੁ ਤਾਂ ਬਸ ਜੀ ਮਜਬੂਰੀ 'ਚ ਕਰਨੀ ਪੈਣੀ ਆ। ਠੀਕ ਹੈ, ਤਾਂ ਆਈ ਹੋਪ ਤੁਸੀਂ ਸਮਝ ਗਏ ਹੋਗੇ ਆਈ ਵਾਲਾ ਪੁਆਇੰਟ। ਹਾਲਾਂਕਿ ਅੱਗੇ ਅਸੀਂ ਫਿਰ ਆਪਣੇ ਕੋਲ ਆਊਗਾ ਪੁਆਇੰਟ, ਆਪਾਂ ਚਰਚਾ ਕਰਾਂਗੇ ਉਸ ਚੀਜ਼ 'ਤੇ। ਠੀਕ ਆ, ਤਾਂ ਬੱਚੇ ਐਗਰੀਗੇਟ ਡਿਮਾਂਡ ਦੇ ਕੰਪੋਨੈਂਟਸ ਕੀ ਨੇ? ਕੰਪੋਨੈਂਟਸ ਮਤਲਬ ਅੰਗ, ਪਾਰਟਸ। ਐਗਰੀਗੇਟ ਡਿਮਾਂਡ ਦੇ ਕੰਪੋਨੈਂਟ ਇਹ ਹੈ ਬੱਚੇ, ਜੇ ਕਲੋਜ਼ਡ ਇਕੋਨਮੀ ਦੀ ਗੱਲ ਕਰਦੇ ਹਾਂ, ਠੀਕ ਹੈ, ਇੱਕ ਓਪਨ ਇਕੋਨਮੀ ਹੁੰਦੀ ਹੈ ਸਰ। ਕਲੋਜ਼ਡ ਇਕੋਨਮੀ ਤੁਸੀਂ ਦੱਸਿਆ ਸੀ ਨੋ ਇੰਪੋਰਟ ਨੋ ਐਕਸਪੋਰਟ। ਓਪਨ ਇਕੋਨਮੀ ਯੈਸ ਇੰਪੋਰਟ ਐਕਸਪੋਰਟ ਕਰਨਾ ਹੈ। ਤਾਂ ਕੰਪੋਨੈਂਟ ਇਹ ਹੈ ਬੱਚੇ ਵੀ ਜਿਹੜੀ ਮੰਗ ਹੁੰਦੀ ਹੈ, ਉਹ ਮੰਗ ਦੇ ਵਿੱਚ ਲੋਕ ਜਾਂ ਤਾਂ ਹਾਊਸ ਹੋਲਡ ਕੰਜ਼ੰਪਸ਼ਨ ਐਕਸਪੈਂਡੀਚਰ ਕਰਨਗੇ, ਮਤਲਬ ਖਰਚਾ ਕਰਨਗੇ, ਘਰੇਲੂ ਚੀਜ਼ਾਂ ਵਗੈਰਾ ਮੰਗਾਉਣਗੇ, ਠੀਕ ਹੈ, ਜਾਂ ਫਿਰ ਇਨਵੈਸਟਮੈਂਟ ਕਰਨਗੇ ਆਪਣੀ ਕਮਾਈ ਨਾਲ। ਆਈ ਫੋਰ ਪ੍ਰੋਡਿਊਸਰਸ ਇਨਵੈਸਟਮੈਂਟ ਐਕਸਪੈਂਡੀਚਰ। ਠੀਕ ਹੈ, ਇਹ ਟੋਟਲ ਜੋੜ ਦਾਂਗੇ ਜਦ ਆਪਾਂ ਤਾਂ ਕੀ ਬਣ ਜਾਊਗਾ? AD ਐਗਰੀਗੇਟ ਡਿਮਾਂਡ ਬਣ ਜਾਊਗਾ। ਠੀਕ ਹੈ, ਕਿਉਂਕਿ ਆਪਾਂ ਗੌਰਮੈਂਟ ਸੈਕਟਰ ਨੂੰ ਬਿਲਕੁਲ ਨਹੀਂ ਮੰਨਿਆ, ਤਾਂ ਗੌਰਮੈਂਟ ਸੈਕਟਰ ਨੂੰ ਜੇ ਨਹੀਂ ਮੰਨਿਆ ਤਾਂ ਜਿੰਨਾ ਵੀ ਅਸੀਂ ਪੈਸਾ ਕਮਾਵਾਂਗੇ ਉਹ ਕੰਜ਼ਪਸ਼ਨ ਅਤੇ ਇਨਵੈਸਟਮੈਂਟ 'ਤੇ ਖਰਚ ਕਰ ਦਾਂਗੇ, ਉਹ ਹੀ ਸਾਡੀ ਮੰਗ ਹੋਊਗੀ, ਕਿਉਂਕਿ ਅਸੀਂ ਗੌਰਮੈਂਟ ਸੈਕਟਰ ਨੂੰ ਮੰਨ ਕੇ ਚੱਲਿਆ ਵੀ ਉਹ ਹੈ ਹੀ ਨਹੀਂ। ਠੀਕ ਹੈ, ਹੁਣ ਕਹਿੰਦੇ ਫੋਰ ਐਗਜ਼ਾਮਪਲ ਜੇ ਗੌਰਮੈਂਟ ਵੀ ਆ ਜੇ ਤਾਂ ਬੱਚੇ, ਜੇ ਗੌਰਮੈਂਟ ਵੀ ਆ ਜਾਊਗਾ ਤਾਂ ਗੌਰਮੈਂਟ ਵੀ ਐਗਰੀਗੇਟ ਡਿਮਾਂਡ ਦਾ ਪਾਰਟ ਹੀ ਬਣੂਗਾ ਨਾ, ਕਿਉਂਕਿ ਗੌਰਮੈਂਟ ਵੀ ਡਿਮਾਂਡ ਕਰੇਗੀ। ਤਾਂ ਕੰਜ਼ਪਸ਼ਨ ਐਕਸਪੈਂਡੀਚਰ ਹਾਊਸ ਹੋਲਡ ਦਾ, ਇਨਵੈਸਟਮੈਂਟ ਐਕਸਪੈਂਡੀਚਰ ਪ੍ਰਾਈਵੇਟ, ਅਤੇ ਗੌਰਮੈਂਟ ਦੀ ਡਿਮਾਂਡ ਆ ਜਾਊਗੀ। ਗੌਰਮੈਂਟ ਕਿੱਥੇ ਕਿੱਥੇ ਖਰਚਾ ਕਰਦੀ ਹੈ? ਜਿੱਥੇ ਵੀ ਗੌਰਮੈਂਟ ਖਰਚਾ ਕਰਦੀ ਹੈ, ਖਰਚਾ ਕਰਨ ਦੀ ਉਹ ਡਿਮਾਂਡ ਕਰੇਗੀ, ਤਾਂ ਉਹ ਵੀ AD ਦਾ ਪਾਰਟ ਆ ਜਾਊਗਾ। ਤਾਂ ਇਸ ਚੀਜ਼ ਦੀ ਬਿਲਕੁਲ ਟੈਨਸ਼ਨ ਨਾ ਲਿਓ, ਬਹੁਤ ਈਜ਼ੀ ਪੂਰਾ ਵਾਲਾ ਪੂਰਾ ਪੇਜ ਤੁਹਾਡਾ ਇਹ ਹੋ ਗਿਆ। ਠੀਕ ਹੈ, ਟੈਨਸ਼ਨ ਨਾ ਲਿਓ ਉਸ ਚੀਜ਼ ਦੀ, ਬਹੁਤ ਆਸਾਨ ਹੈ। ਨੰਬਰ 2, ਕੰਪੋਨੈਂਟਸ ਆਫ AD ਇਨ ਐਨ ਓਪਨ ਇਕੋਨਮੀ। ਓਪਨ ਇਕੋਨਮੀ ਦੇ ਵਿੱਚ ਬੱਚੇ ਇੱਕ ਐਕਸਟਰਾ ਪੁਆਇੰਟ ਆ ਜਾਊਗਾ। ਤਾਂ ਐਗਰੀਗੇਟ ਡਿਮਾਂਡ ਕਿੱਦਾਂ ਬਣੇਗੀ? ਸਰ ਐਗਰੀਗੇਟ ਡਿਮਾਂਡ ਬਣਨ ਲਈ ਕੰਜ਼ਪਸ਼ਨ ਤਾਂ ਬੱਚੇ ਹੈ ਹੀ ਹੈ, ਪ੍ਰਾਈਵੇਟ ਇਨਵੈਸਟਮੈਂਟ ਵੀ ਹੈ, ਗੌਰਮੈਂਟ ਦੀ ਵੀ ਡਿਮਾਂਡ ਹੈ। ਹੁਣ ਇੰਪੋਰਟ ਐਕਸਪੋਰਟ 'ਚ ਨੈਟ ਐਕਸਪੋਰਟ ਆ ਜਾਊਗਾ। ਬੱਚੇ ਨੈਟ ਐਕਸਪੋਰਟ ਇੱਥੇ ਕਿਉਂ ਆਇਆ? ਠੀਕ ਹੈ, ਦੇਖੋ ਬੱਚੇ, ਜਿਹੜੀ ਮੰਗ ਹੈ, ਮੰਗ, ਮੈਂ ਕਿਸੇ ਚੀਜ਼ ਦੀ ਡਿਮਾਂਡ ਕਿਉਂ ਕਰੂੰਗਾ? ਜੇ ਮੇਰੇ ਕੋਲ ਪੈਸਾ ਹੈ, ਕਮਾਈ ਹੈ, ਮੈਂ ਤਾਂ ਹੀ ਡਿਮਾਂਡ ਕਰੂੰਗਾ। ਹੁਣ ਬੱਚੇ, ਜੇ ਮੈਂ ਐਕਸਪੋਰਟ ਜ਼ਿਆਦਾ ਕਰਦਾ ਹਾਂ, ਸਰ ਬਿਲਕੁਲ ਐਕਸਪੋਰਟ ਜ਼ਿਆਦਾ ਕਰਦੇ ਹੋ, ਐਕਸਪੋਰਟ ਜ਼ਿਆਦਾ ਕਰਨ ਨਾਲ ਮੇਰੇ ਕੋਲ ਪੈਸਾ ਜ਼ਿਆਦਾ ਹੋਊਗਾ, ਪੈਸਾ ਜ਼ਿਆਦਾ ਹੋਊਗਾ ਤਾਂ ਮੈਂ ਇੰਡੀਆ ਦੀ ਚੀਜ਼ ਦੀ ਜ਼ਿਆਦਾ ਡਿਮਾਂਡ ਕਰੂੰਗਾ। ਤਾਂ ਪੁਰਾਣਾ ਐਗਰੀਗੇਟ ਡਿਮਾਂਡ ਇੰਡੀਆ ਦਾ, ਕੰਜ਼ਪਸ਼ਨ ਇੰਡੀਆ 'ਚ ਜਿੰਨੇ ਲੋਕ ਕਰਦੇ ਨੇ, ਯੈਸ ਕਰਦੇ ਨੇ, ਇਨਵੈਸਟਮੈਂਟ ਜਿੰਨੇ ਇੰਡੀਆ ਦੇ ਲੋਕ ਕਰਦੇ ਨੇ, ਸਭ ਕਰਦੇ ਨੇ। ਗੌਰਮੈਂਟ ਕਿੰਨਾ ਖਰਚ ਕਰਦੀ? ਗੌਰਮੈਂਟ ਦਾ ਖਰਚਾ ਕਰਦੀ ਹੈ, ਖਰਚਾ ਬਿਲਕੁਲ ਕਰਦੀ ਹੈ। ਨਵਾਂ ਇਹ 3 ਪੁਆਇੰਟ ਤੋਂ ਬਾਅਦ ਨਵਾਂ ਪੈਸਾ ਆ ਗਿਆ, ਕਿੱਥੋਂ ਆਇਆ? ਜੇ ਐਕਸਪੋਰਟ ਬਾਹਰ ਇੰਡੀਆ ਤੋਂ ਇੰਡੀਆ ਦੇ ਲੋਕਾਂ ਨੇ ਕੀਤਾ ਤਾਂ ਬਾਹਰੋਂ ਨਵਾਂ ਪੈਸਾ ਆ ਗਿਆ, ਇੰਜੈਕਸ਼ਨ ਆ ਗਿਆ, ਔਰ ਉਸ ਇੰਜੈਕਸ਼ਨ ਦੇ ਪੈਸੇ ਨਾਲ ਡਿਮਾਂਡ ਵੱਧ ਗਈ। ਮਤਲਬ ਮੈਂ ਜ਼ਮੀਨ 'ਚੋਂ ਕਿਸਾਨ ਹਾਂ, ਮੈਂ ਪੈਸਾ ਜ਼ਮੀਨ 'ਚੋਂ ਮਤਲਬ ਲੋਕੀ ਵਗੈਰਾ ਕੇ ਉਗਾਈ ਔਰ ਫੋਰਨ ਕੰਟਰੀ ਡਾਲਰ ਵਗੈਰਾ ਵੇਚਦੇ, ਮੇਰੇ ਕੋਲ ਪੈਸਾ ਆ ਗਿਆ ਇੰਡੀਆ 'ਚ ਬਹੁਤ ਆ, ਔਰ ਉਹ ਪੈਸੇ ਨਾਲ ਮੈਂ ਇੰਡੀਅਨ ਚੀਜ਼ ਖਰੀਦਾਂ ਜਾਂ ਬਾਹਰਲੀ ਚੀਜ਼ ਖਰੀਦਾਂ, ਇੰਡੀਅਨ ਚੀਜ਼ ਖਰੀਦਣਾ ਤਾਂ AD ਇੰਡੀਆ ਦੇ ਵਿੱਚ ਕਾਊਂਟ ਹੋ ਜਾਊਗੀ, ਐਗਰੀਗੇਟ ਡਿਮਾਂਡ ਇਨਕਰੀਜ਼ ਹੋ ਜਾਊਗੀ। ਇਸ ਕਰਕੇ ਇਹਨਾਂ ਨੇ ਐਕਸਪੋਰਟ ਮਾਈਨਸ ਇੰਪੋਰਟ ਲਿਖ ਕੇ, ਠੀਕ ਹੈ, ਪਲੱਸ ਪੁਆਇੰਟ ਪਾਤਾ, ਮਾਈਨਸ ਵੀ ਆ ਜਾਵੇ। ਸਰ ਉਹ ਕਿਵੇਂ? ਇੰਡੀਆ ਦੇ ਲੋਕਾਂ ਨੇ ਇੰਡੀਆ 'ਚ ਪੈਸਾ ਕਮਾਇਆ ਔਰ ਇੰਡੀਆ 'ਚ ਪੈਸਾ ਕਮਾ ਕੇ ਇੰਡੀਆ 'ਚ ਨਹੀਂ ਖਰਚ ਕੀਤਾ, ਇੰਡੀਆ ਤੋਂ ਬਾਹਰ ਖਰਚ ਕੀਤਾ, ਕਿਉਂਕਿ ਇੰਡੀਆ ਤੋਂ ਬਾਹਰੋਂ ਇੰਪੋਰਟ ਕੀਤੀ ਚੀਜ਼ ਤੁਹਾਨੂੰ ਕੋਈ। ਅੰਡਰਸਟੈਂਡ? ਸਰ ਬਿਲਕੁਲ ਜੀ, ਸਮਝ ਆ ਗਿਆ। ਓਪਨ ਇਕੋਨਮੀ 'ਚ AD ਵੱਧ ਸਕਦੀ ਹੈ। ਇੱਕ ਬਹੁਤ ਛੋਟਾ ਪੁਆਇੰਟ ਹੈ, ਬਹੁਤ ਹੀ ਇਲੈਬੋਰੇਸ਼ਨ ਕੀਤੀ ਹੋਈ ਹੈ, ਤੁਸੀਂ ਇਹਨੂੰ ਰੀਡ ਕਰਿਓ। ਤੁਹਾਨੂੰ ਕੁਛ ਨਾ ਸਮਝ ਆਵੇ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ, ਬਿਲਕੁਲ ਵੀ ਟੈਨਸ਼ਨ ਨਾ ਲਿਓ। ਠੀਕ ਹੈ, ਓਕੇ ਸਰ, ਅਸੀਂ ਐਗਰੀਗੇਟ ਡਿਮਾਂਡ ਸਮਝ ਕੇ, ਸਮਝਣਾ ਪੈਣਾ ਬੱਚੇ, ਆਸਾਨ ਹੈ, ਤੁਸੀਂ ਪੁੱਛ ਸਕਦੇ ਹੋ ਜੇ ਕੁਝ ਨਾ ਵੀ ਪਤਾ ਚਲੇ। ਠੀਕ ਹੈ, ਤਾਂ ਕੁਛ ਜ਼ਿਆਦਾ ਨਹੀਂ, ਕੁਛ ਤਾਂ ਹਲਕੇ ਜਿਹੇ ਟੈਕਨੀਕਲ ਵੀ ਹੁੰਦਾ ਕੰਸੈਪਟ। ਠੀਕ ਹੈ, ਬੱਚੇ ਆਪਣੇ ਕੋਲ ਅਗਲਾ ਪੁਆਇੰਟ ਆ ਗਿਆ ਐਗਰੀਗੇਟ ਸਪਲਾਈ। ਤਾਂ ਐਗਰੀਗੇਟ ਸਪਲਾਈ ਵਗੈਰਾ ਦੀ ਫੁੱਲ ਚੈਪਟਰ ਅਸੀਂ ਨੈਕਸਟ ਸੀਟਿੰਗ 'ਚ ਕਰ ਲਾਂਗੇ। ਠੀਕ ਹੈ, ਜਦ ਤੱਕ ਲਈ ਬੱਚੇ ਬਹੁਤ ਹੀ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ, ਤੁਸੀਂ ਵੀਡੀਓ ਸੁਣੀ, ਧੰਨਵਾਦ। ਠੀਕ ਹੈ, ਅਗਲੀ ਵੀਡੀਓ ਤੱਕ ਲਈ ਨਮਸਕਾਰ।